ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸਭ ਤੋਂ ਪਹਿਲਾਂ ਖਬਰ ਕਿਸਾਨ ਮੋਰਚੇ ਤੋਂ। ਪੱਕੇ ਮਕਾਨਾਂ ਤੋਂ ਕਿਸਾਨ ਜਥੇਬੰਦੀਆਂ ਨੇ ਕਿਨਾਰਾ ਕਰ ਲਿਆ ਹੈ। ਦਰਅਸਲ ਜਥੇਬੰਦੀਆਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਵਾਲੀ ਜਗ੍ਹਾ ਤੇ ਕੋਈ ਪੱਕੀ ਉਸਾਰੀ ਨਹੀਂ ਹੋਣੀ ਚਾਹੀਦੀ। 12 ਮਾਰਚ ਦੀ ਮੀਟਿੰਗ 'ਚ 32 ਜਥੇਬੰਦੀਆਂ ਨੇ ਫੈਸਲਾ ਲਿਆ ਸੀ। ਸਿੰਘੂ ਤੇ ਟਿਕਰੀ ਬਾਰਡਰ ਤੇ ਪੱਕੇ ਮਕਾਨਾਂ ਦੀ ਉਸਾਰੀ ਹੋ ਰਹੀ ਸੀ। ਉਸਾਰੀ ਕਰਨ ਵਾਲਿਆਂ ਤੇ ਪੁਲਿਸ ਨੇ FIR ਵੀ ਦਰਜ ਕਰ ਲਈ ਹੈ। NHAI ਨੈਸ਼ਨਲ ਹਾਈਵੇ ਤੇ ਕੁੰਡਲੀ ਨਗਰ ਕੌਂਸਲ ਦੀ ਸ਼ਿਕਾਇਤ ਤੇ ਪੁਲਿਸ ਨੇ ਇਹ ਮਾਮਲਾ ਦਰਜ ਕੀਤਾ ਹੋਇਆ ਹੈ ਤੇ ਕੱਲ ਪੁਲਿਸ ਵੱਲੋਂ ਉਸਾਰੀ ਵੀ ਰੁਕਵਾ ਦਿੱਤੀ ਗਈ ਸੀ। ਹੁਣ ਸੰਯੁਕਤ ਕਿਸਾਨ ਮੋਰਚੇ ਨੇ ਸਫਾਈ ਦਿੱਤੀ ਹੈ ਤੇ ਇਹ ਵੀ ਕਿਹਾ ਕਿ ਉਸਾਰੀ ਕਰਨਾ ਗਲਤ ਹੈ। ਤਾਂ ਕਿਸਾਨ ਜਥੇਬੰਦੀਆਂ ਦਾ ਇਹ ਬਿਆਨ ਆਇਆ ਹੈ। ਇਸ ਵੇਲੇ ਉਹਨਾਂ ਨੇ ਕਿਹਾ ਹੈ ਕਿ ਪੱਕੇ ਮਕਾਨਾਂ ਦੀ ਉਸਾਰੀ ਜਿਹੜੀ ਹੈ ਉਹ ਬਾਰਡਰਾਂ ਤੇ ਨਹੀਂ ਹੋਏਗੀ। ਸਿੰਘੂ ਬਾਰਡਰ ਜਾਂ ਟਿਕਰੀ ਬਾਰਡਰ ਜਿੱਥੇ ਕਿਸਾਨ ਮੋਰਚੇ ਤੇ ਬੈਠੇ ਹੋਏ ਨੇ ਉੱਥੋਂ ਇਹ ਖਬਰਾਂ ਆ ਰਹੀਆਂ ਸੀ ਕਿ ਉੱਥੇ ਕਿਸਾਨਾਂ ਨੇ ਪੱਕੀਆਂ ਉਸਾਰੀਆਂ ਸ਼ੁਰੂ ਕਰ ਦਿੱਤੀਆਂ ਨੇ, ਪਰ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਇਹ ਬਿਆਨ ਦਿੱਤਾ ਹੈ, ਇਹ ਸਫਾਈ ਦਿੱਤੀ ਹੈ ਕਿ ਇਹ ਉਸਾਰੀ ਗਲਤ ਹੈ ਤੇ ਇੱਥੇ ਪੱਕੀ ਉਸਾਰੀ ਨਹੀਂ ਹੋਣੀ ਚਾਹੀਦੀ। ਦਰਅਸਲ ਪਿਛਲੇ ਦਿਨੀ ਇੱਕ FIR ਵੀ ਦਰਜ ਹੋਈ ਔਰ ਪੁਲਿਸ ਵੱਲੋਂ ਇਹ ਉਸਾਰੀ ਰੁਕਵਾ ਦਿੱਤੀ ਗਈ ਸੀ। NHAI ਔਰ ਕੁੰਡਲੀ ਨਗਰ ਕੌਂਸਲ ਹੈ ਜਿਹੜੀ ਉਹਨਾਂ ਦੀ ਸ਼ਿਕਾਇਤ ਤੇ ਪੁਲਿਸ ਵੱਲੋਂ ਇਹ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੱਕੇ ਮਕਾਨਾਂ ਦੀ ਉਸਾਰੀ ਰੁਕਵਾ ਦਿੱਤੀ ਗਈ ਹੈ। ਕੁੰਡਲੀ ਔਰ ਸਿੰਘੂ ਬਾਰਡਰ ਤੇ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ। ਕਿਸਾਨ ਮੋਰਚੇ ਤੇ ਡਟੇ ਹੋਏ ਨੇ ਔਰ ਉੱਥੇ ਉਹਨਾਂ ਵੱਲੋਂ ਇੱਟਾਂ ਸੀਮੈਂਟ ਦੇ ਨਾਲ ਪੱਕੀ ਉਸਾਰੀ ਸ਼ੁਰੂ ਕਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਮਾਮਲਾ ਦਰਜ ਹੋ ਗਿਆ। NHAI ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ NHAI ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਸੀ। ਕੁੰਡਲੀ ਨਗਰ ਕੌਂਸਲ ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਸੀ। ਉਸ ਤੋਂ ਬਾਅਦ ਇਹ ਜਿਹੜਾ ਕੇਸ ਸੀ, ਇਹ ਮਾਮਲਾ ਸੀ, ਉਹਨਾਂ ਤੇ ਦਰਜ ਕੀਤਾ ਗਿਆ ਔਰ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਨੇ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਉਸਾਰੀਆਂ ਗਲਤ ਨੇ ਔਰ ਇਹ ਨਹੀਂ ਹੋਣੀਆਂ ਚਾਹੀਦੀਆਂ। ਤੇ ਉਧਰ ਕਿਸਾਨ ਮੋਰਚੇ ਦੇ ਆਗੂ ਪੱਛਮੀ ਬੰਗਾਲ ਦੇ ਦੌਰੇ ਤੇ ਨੇ। ਵੈਸਟ ਬੰਗਾਲ ਦੇ ਵਿੱਚ ਚੋਣ ਪ੍ਰਚਾਰ ਤੇ ਪਹੁੰਚ ਗਏ ਨੇ ਕਿਸਾਨ ਆਗੂ ਔਰ ਹੁਣ BJP ਨੇ ਪਲਟਵਾਰ ਕੀਤਾ ਹੈ ਇਹਨਾਂ ਕਿਸਾਨ ਆਗੂਆਂ ਤੇ। ਤਰੁਣ ਚੁੱਗ ਜਿਹੜੇ BJP ਦੇ ਸੀਨੀਅਰ ਆਗੂ ਨੇ ਉਹਨਾਂ ਦਾ ਬਿਆਨ ਆਇਆ ਹੈ। ਕਿਸਾਨ ਆਗੂਆਂ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਕਿਹਾ ਹੈ ਕਿ ਵੱਖਵਾਦੀਆਂ ਦੀ ਕਠਪੁਤਲੀ ਬਣ ਗਏ ਨੇ ਕਿਸਾਨ ਆਗੂ। ਬੰਗਾਲ 'ਚ ਕਿਸਾਨਾਂ ਦੀ ਮੰਦੀ ਹਾਲਤ ਦਾ ਸਵਾਲ ਕਿਉਂ ਨਹੀਂ ਚੱਕਿਆ ਜਾ ਰਿਹਾ? ਕਿਉਂ ਮਮਤਾ ਬੈਨਰਜੀ ਨੇ ਕਿਸਾਨਾਂ ਨੂੰ ਕੇਂਦਰੀ ਯੋਜਨਾਵਾਂ ਤੋਂ ਵਾਂਝਾ ਰੱਖਿਆ ਹੋਇਆ है? ਇਹ सवाल BJP ਵੱਲੋਂ ਕੀਤੇ गए कैद साहब, आप वहां गए बंगाल, आपने वहां क्यों नहीं प्रश्न उठाया कि किसान आत्महत्या क्यों ज्यादा कर रहा है? बंगाल की सरकार उस पर क्यों काम नहीं कर रही? आपने क्यों नहीं प्रश्न उठाया कि 70 लाख से ज्यादा किसान जिन्हें वहां फायदा मिलना चाहिए था सम्मान निधि का, वो क्यों नहीं मिल पाया? क्यों नहीं ममता बनर्जी उनके नाम भेज रही केंद्र को? क्यों नहीं वहां किसानों के हित के लिए काम किए जा रहे? आपने एक प्रश्न नहीं उठाया, क्योंकि आप और आप जैसे जो लोग वामपंथी पार्टियों के इशारों पर या कांग्रेस पार्टी के इशारों पर या योगेंद्र यादव जैसे लोगों के इशारों पर लगे हैं, उनका एक ही एजेंडा है कि सरकार को, देश को और देश की नीतियों को बदनाम करो, देश के अंदर रेवोल्यूशन ना आए, देश के अंदर रिफॉर्म। दरअसल BJP ਦੇ ਖਿਲਾਫ ਕਈ ਕਿਸਾਨ ਆਗੂ ਬੰਗਾਲ ਦੌਰੇ ਤੇ ਪਹੁੰਚੇ ਹੋਏ ਨੇ ਤੇ BJP ਖਿਲਾਫ ਲੋਕਾਂ ਨੂੰ ਵੋਟ ਨਾ ਪਾਉਣ ਦੀ ਅਪੀਲ ਕਰ ਰਹੇ ਨੇ। ਕੱਲ ਨੰਦੀਗ੍ਰਾਮ ਤੋਂ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਹੰਕਾਰ ਭਰੀ ਸੀ। बंगाल के लोगों को संदेश है कि जो भारत सरकार है उसने देश को लूट लिया, उसको वोट नहीं करना, अपने बंगाल को बचाना। आपके मछली तालाब जाएंगे, 10 साल पुराना इंजन और पंपिंग सेट ट्रैक्टर जाएंगे। अगर कोई वोट मांगने आए उसको कहना कि मेरे MSP कब मिलेगी, मेरी धान की कीमत, आपके धान की कीमत 1850 रुपए हो, कब मिलेगी? ये वे ट्रैक्टर भी वही हैं, आदमी भी वही हैं। जिस दिन संयुक्त मोर्चा तय करेगा, अब की बार पार्लियामेंट पे नई मंडी खुल गई, वहां पूरा MSP पे भाव बिकेगा। अगला टारगेट पार्लियामेंट पे होगा। कान खोल के दिल्ली सुन ले। जब भी अरे और ट्रैक्टर को रोकेगा कोई, दिल्ली में जाने से ट्रैक्टर कौन रोकेगा? जाएंगे दिल्ली में ट्रैक्टर, फिर जाएंगे। अरे
जिस दिन तय होंगे, जिस दिन तय करेगी कमेटी, संयुक्त मोर्चा जिस दिन तय करेगा, वे 3.5 लाख ट्रैक्टर भी वही है और 25 लाख आदमी भी वही है। अगला टारगेट पार्लियामेंट पे फसल बेचने का होगा। पार्लियामेंट पे मंडी खुल गई, पार्लियामेंट पे मंडी खुल गई। प्रधानमंत्री ने कहा कि मंडी के बाहर कहीं बेच लो, तो मतलब पार्लियामेंट की सबसे बढ़िया मंडी लगी। व्यापारी अंदर बैठा और किसान बाहर है, खरीद होगी पक्की। ਤੇ ਉਧਰ ਪੰਜਾਬ 'ਚ ਬੀਜੇਪੀ ਲੀਡਰਾਂ ਦਾ ਵਿਰੋਧ ਜਾਰੀ ਹੈ। ਨਵਾਂ ਸ਼ਹਿਰ 'ਚ ਵਿਜੇ ਸਾਂਪਲਾ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਨੇ ਸਾਂਪਲਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਪੁਲਿਸ ਵੱਲੋਂ ਕਾਫੀ ਮਸ਼ੱਕਤ ਤੋਂ ਬਾਅਦ ਵਿਜੇ ਸਾਂਪਲਾ ਨੂੰ ਉੱਥੋਂ ਸੁਰੱਖਿਅਤ ਕੱਢਿਆ ਗਿਆ। ਵਿਜੇ ਸਾਂਪਲਾ ਇੱਕ ਸਮਾਗਮ ਦੇ ਵਿੱਚ ਪਹੁੰਚੇ ਸੀ ਔਰ ਉੱਥੇ ਕਿਸਾਨ ਇਕੱਠੇ ਹੋ ਗਏ। ਵਿਜੇ ਸਾਂਪਲਾ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਪੁਲਿਸ ਨੂੰ ਵਿਜੇ ਸਾਂਪਲਾ ਨੂੰ ਉੱਥੋਂ ਕੱਢਣ 'ਚ ਕਾਫੀ ਮਸ਼ੱਕਤ ਕਰਨੀ ਪਈ। ਤੇ ਹੁਣ ਗੱਲ ਕਰਦੇ ਹਾਂ ਸੁਖਬੀਰ ਬਾਦਲ ਦੀ। ਅੱਜ ਸੁਖਬੀਰ ਬਾਦਲ ਨੇ ਦਰਅਸਲ ਐਲਾਨ ਕੀਤਾ ਹੈ ਕਿ ਜਲਾਲਾਬਾਦ ਤੋਂ ਉਹੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਜਲਾਲਾਬਾਦ ਦੀ ਰੈਲੀ ਦੇ ਵਿੱਚ ਅੱਜ ਸੁਖਬੀਰ ਬਾਦਲ ਵੱਲੋਂ 2022 ਦੀ ਚੋਣ ਲੜਨ ਦਾ ਐਲਾਨ ਕੀਤਾ ਗਿਆ। ਜਲਾਲਾਬਾਦ ਦੇ ਵਿੱਚ ਅਕਾਲੀ ਦਲ ਦੀ ਪਹਿਲੀ ਚੋਣ ਰੈਲੀ ਤੇ ਪਹਿਲੀ ਰੈਲੀ ਦੇ ਵਿੱਚ ਪਹਿਲੀ ਸੂਚੀ ਦੇ ਪਹਿਲੇ ਉਮੀਦਵਾਰ ਦਾ ਐਲਾਨ ਤੇ ਉਮੀਦਵਾਰ ਖੁਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਐਲਾਨ ਵੀ ਸੁਖਬੀਰ ਬਾਦਲ ਨੇ ਖੁਦ ਕੀਤਾ। ਤੇ ਪੂਰੀ ਜ਼ਿੰਦਗੀ ਰਹਿਣਾ ਸਾਡੇ ਪਰਿਵਾਰ ਦਾ ਤੁਹਾਡੇ ਨਾਲ ਲਗਾ। ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਉਮੀਦਵਾਰ ਦਾ ਨਾਮ ਐਲਾਨ ਕਰ ਰਿਹਾ। ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਤੁਹਾਡਾ ਸੇਵਾ ਕਰੇਗਾ। ਸਾਰੇ ਰਸਤਿਆਂ ਦੇ ਲੰਗਰ ਲਾਏ ਜਾਣ। ਜਲਾਲਾਬਾਦ ਸੀਟ ਦੇ ਨਾਲ ਸੁਖਬੀਰ ਬਾਦਲ ਦਾ ਕਾਫੀ ਮੋਹ ਹੈ। ਦਰਅਸਲ 1967 ਤੋਂ ਹੁਣ ਤੱਕ ਜਦੋਂ ਦਾ ਜਲਾਲਾਬਾਦ ਵਿਧਾਨ ਸਭਾ ਹਲਕਾ ਬਣਿਆ, ਅਕਾਲੀ ਦਲ ਨੇ ਇਸ ਸੀਟ ਤੇ 4 ਵਾਰ ਜਿੱਤ ਹਾਸਲ ਕੀਤੀ ਹੈ। 2007 ਤੋਂ 2017 ਤੱਕ ਜਲਾਲਾਬਾਦ ਤੇ ਅਕਾਲੀ ਦਲ ਦਾ ਲਗਾਤਾਰ ਕਬਜ਼ਾ ਰਿਹਾ। ਸੁਖਬੀਰ ਬਾਦਲ 2009 ਦੇ ਵਿੱਚ ਪਹਿਲੀ ਵਾਰ ਜਲਾਲਾਬਾਦ ਤੋਂ ਹੀ ਵਿਧਾਇਕ ਬਣੇ ਸਨ, ਜਿਸ ਤੋਂ ਬਾਅਦ ਲਗਾਤਾਰ 2017 ਤੱਕ ਉਹ ਇਸ ਸੀਟ ਤੋਂ ਜਿੱਤਦੇ ਰਹੇ। ਪਰ 2019 ਦੇ ਵਿੱਚ ਫਿਰੋਜ਼ਪੁਰ ਤੋਂ ਸੰਸਦ ਬਣ ਗਏ ਤੇ ਜਲਾਲਾਬਾਦ ਸੀਟ ਖਾਲੀ ਹੋ ਗਈ ਤੇ 2019 ਦੇ ਵਿੱਚ ਜਲਾਲਾਬਾਦ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਨੇ ਇਸ ਸੀਟ ਤੇ ਕਬਜ਼ਾ ਕਰ ਲਿਆ। ਅਕਾਲੀ ਦਲ ਦੇ ਉਮੀਦਵਾਰ ਡਾਕਟਰ ਰਾਜ ਸਿੰਘ ਡਿੱਬੀਪੁਰਾ ਨੂੰ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਂਵਲਾ ਦੇ ਹੱਥੋਂ ਹਾਰ ਮਿਲੀ ਤੇ ਹੁਣ ਦੁਬਾਰਾ ਸੁਖਬੀਰ ਬਾਦਲ ਇਸ ਸੀਟ ਤੇ ਅਕਾਲੀ ਦਲ ਦਾ ਕਬਜ਼ਾ ਚਾਹੁੰਦੇ ਨੇ। ਇਸ ਲਈ ਖੁਦ ਉਹ ਆਪਣੀ ਇਸ ਲੱਕੀ ਸੀਟ ਨੂੰ ਗਵਾਉਣਾ ਨਹੀਂ ਚਾਹੁੰਦੇ। ਉਧਰ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਵੀ ਪੂਰੇ ਰੌਂ ਦੇ ਵਿੱਚ ਨੇ। ਸੁਖਬੀਰ ਦੇ ਐਲਾਨ ਤੋਂ ਬਾਅਦ ਰਮਿੰਦਰ ਆਵਲਾ ਨੇ ਇਹ ਵੀ ਕਹਿ ਦਿੱਤਾ ਹੈ ਕਿ ਉਹ ਵੀ ਜਲਾਲਾਬਾਦ ਤੋਂ ਹੀ ਚੋਣ ਲੜਨਗੇ ਤੇ ਸੁਖਬੀਰ ਬਾਦਲ ਨੂੰ ਟੱਕਰ ਦੇਣਗੇ। ਬਿਲਕੁਲ ਕਾਂਗਰਸ ਪਾਰਟੀ ਮੈਨੂੰ ਉਮੀਦਵਾਰ ਮੈਨੂੰ 100% ਯਕੀਨ ਹੈ ਮੈਨੂੰ ਹੀ ਉਤਾਰੂਗੀ ਔਰ ਮੈਂ ਪੂਰੀ ਟੱਕਰ ਵੀ ਦੇਵਾਂਗੇ ਔਰ ਜਿੱਤਾਂਗੇ। ਹੁਣ ਤੱਕ ਤਾਂ ਅਕਾਲੀ ਦਲ ਦੇ ਨਾਲ ਭਾਜਪਾ ਭਾਈ ਵੜ ਰਹੀ ਹੈ, ਪਰ ਇਸ ਵਾਰ ਭਾਜਪਾ ਵੱਖ ਹੋ ਕੇ ਸਿਆਸੀ ਮੈਦਾਨ ਦੇ ਵਿੱਚ ਉਤਰੇਗੀ। ਅਕਾਲੀ ਦਲ ਵੱਖ ਹੋ ਕੇ ਵੀ ਚੋਣ ਲੜੇਗਾ ਤਾਂ ਭਾਜਪਾ ਵੀ ਬਰਾਬਰ ਤਾਲ ਠੋਕੇਗੀ। ਇਸ ਲਈ ਸੁਖਬੀਰ ਦੇ ਐਲਾਨ ਨੂੰ ਭਾਜਪਾ ਵੀ ਵੱਖਰੇ ਨਜ਼ਰੀਏ ਨਾਲ ਵੇਖ ਰਹੀ ਹੈ। ਕਿਤੋਂ ਵੀ ਲੜ ਸਕਦੇ ਆ, ਬੇਸ਼ੱਕ 117 ਤੇ ਪਰਚਾ ਭਰਿਆ ਹੁਣ, ਸਾਨੂੰ ਕੀ ਉਹਦੇ ਚ ਇਤਰਾਜ਼ ਆ ਉਹਨਾਂ ਤੇ, ਪਰ ਉਹਨਾਂ ਦੀ ਕਾਮਯਾਬੀ ਕਿਤੇ ਵੀ ਨਹੀਂ। ਜਲਾਲਾਬਾਦ ਸਿਰਫ ਇੱਕ ਵਿਧਾਨ ਸਭਾ ਸੀਟ ਨਹੀਂ ਸਗੋਂ ਸਾਖ ਵਾਲੀ ਸੀਟ ਵੀ ਹੈ। ਹੁਣ ਤੱਕ ਇਸ ਨੂੰ ਅਕਾਲੀਆਂ ਦਾ ਗੜ ਮੰਨਿਆ ਜਾਂਦਾ ਸੀ, ਪਰ ਜ਼ਿਮਨੀ ਚੋਣਾਂ 'ਚ ਸਮੀਕਰਨ ਪੂਰੀ ਤਰ੍ਹਾਂ ਦੇ ਨਾਲ ਬਦਲ ਗਏ ਤੇ ਹੁਣ ਖੁਦ ਆਪਣੀ ਉਮੀਦਵਾਰੀ ਠੋਕ ਕੇ ਸੁਖਬੀਰ ਬਾਦਲ ਆਪਣਾ ਗੜ ਮੁੜ ਜਮਾਉਣਾ ਲੋਚ ਰਹੇ ਨੇ। ਫਾਜ਼ਿਲਕਾ ਤੋਂ ਸੁਰਿੰਦਰ ਗੋਇਲ ਤੇ ਚੰਡੀਗੜ੍ਹ ਤੋਂ ਪੰਕਜ ਕਪਾਹੀ, ਨਿਊਜ਼ 18 ਪੰਜਾਬ। ਤੇ ਪਾਣੀਪਤ ਤੋਂ ਇੱਕ ਖਬਰ ਆ ਰਹੀ ਹੈ। ਪਾਣੀਪਤ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਕ ਇੱਟਾਂ ਦੇ ਪੱਠੇ ਦੇ ਵਿੱਚ ਹਾਦਸਾ ਵਾਪਰਿਆ ਹੈ ਔਰ 5 ਬੱਚੇ ਉਸ ਦੇ ਵਿੱਚ ਦਬ ਗਏ ਨੇ। ਇੱਕ ਬੱਚੇ ਦੀ ਮੌਕੇ ਤੇ ਮੌਤ ਹੋ ਗਈ, 12 ਸਾਲ ਦੀ ਉਮਰ ਸੀ ਉਸ ਬੱਚੇ ਦੀ ਔਰ 4 ਬੱਚਿਆਂ ਦੀ ਹਾਲਤ ਗੰਭੀਰ ਹੈ। ਪਾਣੀਪਤ ਦੇ ਅਹਿਰ ਇਲਾਕੇ ਦੀ ਇਹ ਘਟਨਾ ਹੈ। ਮ੍ਰਿਤਕ ਬੱਚੇ ਦਾ ਪਰਿਵਾਰ ਯੂਪੀ ਦਾ ਹੈ। ਇੱਕ
ਇੱਟਾਂ ਦਾ ਪੱਠਾ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਔਰ ਉੱਥੇ ਇੱਕ ਬੱਚੇ ਦੀ ਮੌਤ ਹੋ ਗਈ ਹੈ। ਸਾਡੇ ਸਹਿਯੋਗੀ ਸੁਮਿਤ ਭਾਰਦਵਾਜ जुड़े ने पानीपत तो होर जानकारी दे लई। सुमित, की वजह बनी, किस तरीके नाल ये हादसा वापरिया, पूरा मामला की है, समझना चाहांगे। ये पानीपत के पास गांव अहर पड़ता है, जहां पर ये भट्टा है, वहां पर ये जो बच्चे हैं अपने परिवार के साथ रहते थे। वहां पर आज क्या हुआ कि एक भट्टे का ही जो वर्कर था, जो बच्चों को लालच देकर ईंट ढुलवाने के लिए अपने साथ ले गया, जिस दौरान ये हादसा हुआ। हादसे के दौरान 5 बच्चे जो है ईंटों के नीचे दब गए, जिसमें से एक 12 वर्षीय साहिल नाम के बच्चे की मौके पर ही मौत हो गई, जबकि 4 बच्चों को घायल अवस्था में पानीपत के सिविल हॉस्पिटल में भर्ती करवाया गया। तो डॉक्टरों ने वहां से उनकी हालात को, एक की हालात बहुत ज्यादा सीरियस है और बाकी 3 भी सीरियस है, उनकी हालात को सीरियस देखते हुए उन्हें पीजीआई रेफर कर दिया है। भट्टे में काम करने वाले लोगों का आरोप है कि जो भट्टे का ही एक वर्कर है, उसने बच्चों को लालच किया, टॉफी वगैरह देने का, पैसे वगैरह देने का, जिस चक्कर में बच्चे उसके साथ चले गए और ईंट ढुलाई के काम में लग गए। ईंट ढुलाई के काम के दौरान ही ये हादसा पेश आया, जिसमें 5 बच्चे दब गए। जी, तो क्या कोई कार्रवाई हुई है अभी तक सुमित? जी, अभी तक जो परिवार है, बच्चों का जो मृतक है, बच्चे इसके भाई है और बहन की जो घायल हुए हैं, उनको पीजीआई रेफर कर दिया गया है और उसके परिजन जो बच्चे के साथ पीजीआई में गए हुए हैं। हालांकि वो अभी तक पानीपत नहीं पहुंचे हैं। पुलिस के पास मामले की जानकारी जा चुकी है। पुलिस का कहना है कि परिजनों को बयान दर्ज करने के बाद ही उचित जो है कार्रवाई की जाएगी। ठीक है, धन्यवाद सुमित इस जानकारी दे लई। तां पानीपत दे विच ये हादसा वापरिया है। कुछ बच्चे जिहड़े ਇੱਟਾਂ ਚੱਕ ਰਹੇ ਸੀ, ਇੱਟਾਂ ਉਹਨਾਂ ਦੇ ਉੱਪਰ ਗਿਰ ਗਈਆਂ, 5 ਬੱਚੇ ਉਸ ਦੇ ਵਿੱਚ ਦਬ ਗਏ, ਇੱਕ ਬੱਚੇ ਦੀ ਮੌਕੇ ਤੇ ਮੌਤ ਹੋ ਗਈ, 4 ਬੱਚੇ ਜਿਹੜੇ ਨੇ ਉਹ ਸੀਰੀਅਸ ਨੇ, ਗੰਭੀਰ ਨੇ, ਉਹਨਾਂ ਨੂੰ ਪੀਜੀਆਈ ਐਡਮਿਟ ਕਰਵਾਇਆ ਗਿਆ ਔਰ ਇੱਕ ਦੀ ਹਾਲਤ ਕਾਫੀ ਗੰਭੀਰ ਹੈ। ਤੇ ਖਬਰ ਪਠਾਨਕੋਟ ਤੋਂ ਹੈ। ਪਠਾਨਕੋਟ 'ਚ ਇੱਕ ਸ਼ੱਕੀ ਡਰੋਨ ਨਜ਼ਰ ਆਇਆ ਹੈ। ਸਵੇਰੇ ਕਰੀਬ 6 ਵਜੇ ਇਹ ਡਰੋਨ ਦੇਖਿਆ ਗਿਆ ਸੀ। ਬੀਐਸਐਫ ਵੱਲੋਂ ਇਸ ਮੌਕੇ ਤੇ 2 ਰਾਉਂਡ ਫਾਇਰ ਕੀਤੇ ਗਏ। ਫਾਇਰਿੰਗ ਤੋਂ ਬਾਅਦ ਇਹ ਡਰੋਨ ਵਾਪਸ ਮੁੜਿਆ। ਪੁਲਿਸ ਤੇ ਬੀਐਸਐਫ ਦਾ ਸਰਚ ਆਪਰੇਸ਼ਨ ਜਾਰੀ ਹੈ। ਲਗਾਤਾਰ ਪਹਿਲਾਂ ਵੀ ਕਈ ਵਾਰ ਸ਼ੱਕੀ ਡਰੋਨ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਦੇਖੇ ਗਏ ਨੇ। ਅੱਜ ਜਦੋਂ ਪੁਲਿਸ ਨੇ ਇਹ ਡਰੋਨ ਦੇਖਿਆ ਤਾਂ ਪੁਲਿਸ ਵੱਲੋਂ 2 ਰਾਉਂਡ ਫਾਇਰਿੰਗ ਕੀਤੀ ਗਈ। ਫਾਇਰਿੰਗ ਤੋਂ ਬਾਅਦ ਇਹ ਡਰੋਨ ਵਾਪਸ ਮੁੜ ਗਿਆ। ਕਰੀਬ ਸਵੇਰੇ 6 ਵਜੇ ਦੀ ਇਹ ਗੱਲ ਹੈ। ਜਦੋਂ ਇਹ ਡਰੋਨ ਵਾਪਸ ਮੁੜ ਗਿਆ, ਪੁਲਿਸ ਤੇ ਬੀਐਸਐਫ ਸਰਚ ਆਪਰੇਸ਼ਨ ਚਲਾ ਰਹੀ ਹੈ। ਤਸਵੀਰਾਂ ਅਸੀਂ ਦਿਖਾ ਰਹੇ ਹਾਂ ਪਠਾਨਕੋਟ ਤੋਂ, ਜਿੱਥੇ ਇਹ ਡਰੋਨ ਦੇਖਿਆ ਗਿਆ ਸੀ ਸਵੇਰੇ 6 ਵਜੇ। तो उस फिर संबंध ਦੇ ਵਿੱਚ ਆਪਣੇ ਸੀਨੀਅਰ ਆਫੀਸਰ ਐਸਐਸਪੀ ਸਾਹਿਬ ਦੇ ਹੁਕਮਾਂ ਮੁਤਾਬਕ ਆਪਾਂ ਇੱਥੇ ਸਰਚ ਅਭਿਆਨ ਜਿਹੜਾ ਜੁਆਇੰਟਲੀ ਸ਼ੁਰੂ ਕੀਤਾ ਸੀਗਾ, ਜਿਹਦੇ ਵਿੱਚ ਬੀਐਸਐਫ ਆਪਣੀ ਸਵੈਟ ਟੀਮ, ਘਾਤਕ ਟੀਮ ਔਰ ਕਮਾਂਡਰਸ ਵਗੈਰਾ ਜਿਹੜੇ ਆਪਣੇ ਨਾਲ ਹੈਗੇ ਨੇ, ਸਾਰੀ ਫੋਰਸ ਵਗੈਰਾ, ਉਹਦੇ ਨਾਲ ਲੈ ਕੇ ਆਪਾਂ ਸਰਚ ਆਪਰੇਸ਼ਨ ਕਰ ਰਹੇ ਹਾਂ ਤਾਂ ਜੋ ਇਲਾਕੇ ਨੂੰ ਅੱਛੀ ਤਰ੍ਹਾਂ ਛਾਨਿਆ ਜਾ ਸਕੇ। ਸੋ ਬਾਕੀ ਜੋ ਵੀ ਗੱਲ ਹੋਏਗੀ। ਤੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦਾ ਯੂਪੀ ਦੌਰਾ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ। ਸਵਾਲ ਯੂਪੀ ਦੇ ਹੀ ਇੱਕ ਮੰਤਰੀ ਨੇ ਚੱਕੇ ਨੇ। ਇਲਜ਼ਾਮ ਲਾਏ ਨੇ ਕਿ ਰੰਧਾਵਾ ਮੁਖਤਾਰ ਅੰਸਾਰੀ ਦੇ ਕਰੀਬੀਆਂ ਨੂੰ ਮਿਲਣ ਪਹੁੰਚੇ ਸੀ। ਹਾਲਾਂਕਿ ਰੰਧਾਵਾ ਵੱਲੋਂ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਗਿਆ ਹੈ। यूपी ਦੇ ਬਾਹੂਬਲੀ ਤੇ ਮੋਸਟ ਵਾਂਟਡ ਮੁਖਤਾਰ ਅੰਸਾਰੀ ਨੂੰ ਸੁਰੱਖਿਆ ਦੇਣ ਦੇ ਇਲਜ਼ਾਮਾਂ ਵਿੱਚ ਕੈਪਟਨ ਸਰਕਾਰ ਪਹਿਲਾਂ ਤੋਂ ਹੀ ਘਿਰੀ ਹੋਈ ਹੈ। ਪਰ ਹੁਣ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਯੂਪੀ ਦੌਰੇ ਨੇ ਇੱਕ ਹੋਰ ਵਿਵਾਦ ਛੇੜ ਕੇ ਰੱਖ ਦਿੱਤਾ ਹੈ। ਰੰਧਾਵਾ ਦੇ ਯੂਪੀ ਦੌਰੇ ਉੱਤੇ ਬੀਜੇਪੀ ਨੇ ਸਵਾਲ ਖੜੇ ਕੀਤੇ ਨੇ। यूपी ਦੇ ਮੰਤਰੀ ਸਿਧਾਰਥ ਨਾਥ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੈਪਟਨ ਦੇ ਮੰਤਰੀ ਦਾ ਇਹ ਦੌਰਾ ਅਣਅਧਿਕਾਰੀ ਸੀ ਤੇ ਉਹ ਮੁਖਤਾਰ ਅੰਸਾਰੀ ਦੇ ਕਰੀਬੀਆਂ ਨੂੰ ਮਿਲਣ ਦੇ ਲਈ ਆਏ ਹੋਏ ਸਨ, ਜਿਸ ਤੋਂ ਸਾਫ਼ ਹੈ ਕਿ ਪੰਜਾਬ ਸਰਕਾਰ ਹਰ ਹਾਲ ਦੇ ਵਿੱਚ ਮੁਖਤਾਰ ਅੰਸਾਰੀ ਨੂੰ ਬਚਾਉਣਾ ਚਾਹੁੰਦੀ ਹੈ। ਸਿਧਾਰਥ ਨਾਥ ਨੇ ਤਾਂ ਰੰਧਾਵਾ ਦੇ ਇਸ ਦੌਰੇ ਦੀ ਆੜ ਦੇ ਵਿੱਚ ਪ੍ਰਿਯੰਕਾ ਗਾਂਧੀ ਤੇ ਕਾਂਗਰਸ ਹਾਈ ਕਮਾਨ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ। के जेल मंत्री कांग्रेस के पंजाब के वो मुख्तार अंसारी के लोगों के साथ छुपा छुपी करते हुए उत्तर प्रदेश में आए, पकड़े जाते हैं, देखे जाते हैं। तो ये जो चोर चोर मुसेरे भाई है, ये खेल चल रहा है पंजाब की कांग्रेस सरकार का और मुख्तार अंसारी। यूपी सरकार ਦੇ ਇਹਨਾਂ ਇਲਜ਼ਾਮਾਂ ਨੂੰ ਸੁਖਜਿੰਦਰ ਰੰਧਾਵਾ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ। ਰੰਧਾਵਾ ਮੁਤਾਬਕ ਉਹਨਾਂ ਦਾ ਇਹ ਦੌਰਾ ਸਰਕਾਰੀ ਸੀ ਤੇ ਉਹ ਆਪਣੇ ਵਿਭਾਗ ਦੇ ਕੰਮਾਂ ਸੰਬੰਧੀ ਲਖਨਊ ਗਏ ਸਨ। मेरा जो है वो दौरा जो है, अगर अंसारी के लिए कंसर्न होता तो कोऑपरेटिव डिपार्टमेंट मेरे साथ ना जाता, फिर जेल डिपार्टमेंट मेरे साथ जाता। दूसरी बात, अगर मैंने अंसारी की फैमिली को मिलना है तो वहाँ चंडीगढ़ मिलूंगा, मैं वहाँ जाकर क्यों मिलूंगा? जो उनकी इतनी गिरी हुई सोच
और पॉलिटिक्स मैं कहता हूँ इंसानियत से गिरा हुआ उन्होंने आरोप लगाया। उत्तर प्रदेश ਦਾ ਬਾਹੂਬਲੀ ਮੁਖਤਾਰ ਅੰਸਾਰੀ ਇਸ ਸਮੇਂ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਕੈਦ ਹੈ, ਜਿਸ ਦੇ ਸਿਰ ਉੱਤੇ ਕਤਲ ਦੀ ਸਾਜ਼ਿਸ਼, ਕਿਡਨੈਪਿੰਗ, ਫਿਰੌਤੀ ਮੰਗਣ ਜਿਹੇ 40 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਪਰ ਅੰਸਾਰੀ 2005 ਦੇ ਵਿੱਚ ਬੀਜੇਪੀ ਆਗੂ ਕ੍ਰਿਸ਼ਨਾਨੰਦ ਰਾਏ ਦੇ ਕਤਲ ਮਾਮਲੇ ਨੂੰ ਲੈ ਕੇ ਸਭ ਤੋਂ ਵੱਧ ਚਰਚਾ ਵਿੱਚ ਹੈ। ਐਸੇ ਕੇਸ ਦੇ ਵਿੱਚ ਯੋਗੀ ਸਰਕਾਰ ਅੰਸਾਰੀ ਨੂੰ ਯੂਪੀ ਲਿਆਉਣਾ ਚਾਹੁੰਦੀ ਹੈ, ਪਰ ਪੰਜਾਬ ਸਰਕਾਰ ਉਸ ਨੂੰ ਭੇਜਣ ਦੇ ਲਈ ਬਿਲਕੁਲ ਤਿਆਰ ਨਹੀਂ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ਦੇ ਵਿੱਚ ਦਖਲ ਦਿੱਤਾ, ਪਰ ਦੋਵੇਂ ਸਰਕਾਰਾਂ ਵਿਚਾਲੇ ਅੰਸਾਰੀ ਨੂੰ ਲੈ ਕੇ ਖਿੱਚੋਤਾਣ ਬਰਕਰਾਰ ਹੈ।